Hello students, I am Ranjana Goyal, HOD of Punjabi. Welcome to Mata Mohan Dai Oswal Public School channel. So today we will start the new chapter Punjab de Rasam Riwaj of book Lajmi Punjabi written by Guljar Singh Sandhu. हाँ जी बेटा, इस पाठ विच लेखक ने जीवन नाटक दियां मुख झांकियां जन्म विआह ते मरण नाल संबंधित पंजाब दे मुख रसम रिवाज दस्से हन। हाँ जी, सब तो पहला असीं इहदी जान पहचान दसांगे कि इहदी जान पहचान की है कि ये जिहड़ा हैगा चैप्टर पंजाब दे रसम रिवाज इहदे विच सारे जीवन विच साडे जो रस्मां रिवाज आंदे ने उहदा वर्णन किया गया है। सब तो पहला असीं दसांगे कि इहदी उत्पत्ति किवें होई कि रसम रिवाजां दी उत्पत्ति किवें होई। रसम रिवाज रहू रीतां ते संस्कार भाईचारक जीवां दे मनां दियां सिक्खां सदरां ते जज्बिਆਂ ਦੀ ਤਰਜਮਾਨੀ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ ਮਰਨ ਅਤੇ ਵਿਆਹ ਸ਼ਾਦੀ ਦੇ ਮੌਕੇ ਤੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਇਹ ਸੰਸਕਾਰ ਕਿਵੇਂ ਉਪਜੇ ਹਨ, ਇਸ ਦੇ ਪਿੱਛੇ ਕੀ ਕਾਰਨ ਹਨ, ਕੀ ਮਨੋਰਥ ਕੰਮ ਕਰ ਰਹੇ ਹਨ, ਇਹ ਬੜਾ ਦਿਲਚਸਪ ਵਿਸ਼ਾ ਹੈ। ਮੁੱਢਲੇ ਮਨੁੱਖ ਨੂੰ ਦੇਵੀ ਤਾਕਤਾਂ ਦਾ ਭੈ ਸਾਥੋਂ ਜ਼ਿਆਦਾ ਸੀ। ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਦੇਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਝਾਉਣ ਲਈ ਨਾਲ ਹੋਇਆ ਹੈ। ਕੁਝ ਸੰਸਕਾਰ ਖੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਿੱਧ ਹੁੰਦੇ ਹਨ। ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ: ਬ੍ਰਹਮਚਰਜ, ਗ੍ਰਹਸਥ, ਬਾਨਪ੍ਰਸਥ ਤੇ ਸੰਨਿਆਸ। ਇਸ ਤੋਂ ਬਾਅਦ ਅਸੀਂ ਕਰਾਂਗੇ ਕਿ ਸੰਸਕਾਰਾਂ ਦਾ ਸਾਡੇ ਜੀਵਨ ਨਾਲ ਕੀ ਸੰਬੰਧ ਹਨ। ਬਹੁਤ ਸਾਰੇ ਸੰਸਕਾਰ ਜਿਵੇਂ ਅਗਨੀ, ਪਾਣੀ, ਲੋਹੇ, ਅਨਾਜ ਅਤੇ ਬਿਰਛਾਂ ਦੀਆਂ ਟਹਿਣੀਆਂ ਰਾਹੀਂ ਨੇਪਰੇ ਚਾੜੇ ਜਾਂਦੇ ਹਨ। ਅਗਨੀ ਚਾਨਣ ਦਾ ਚਿੰਨ੍ਹ ਹੈ। ਪਾਣੀ ਘਾਹ ਜਿਸ ਨੂੰ ਦੁੱਬ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਦੱਸਾਂਗੇ ਕਿ ਗਰਭ ਸੰਸਕਾਰ ਬਾਰੇ ਦੱਸਿਆ ਜਾਵੇ। ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਪ੍ਰੇਤ ਰੂਹਾਂ ਤੋਂ ਬਚਾਅ ਕਿਵੇਂ ਕੀਤਾ ਜਾਂਦਾ ਹੈ। ਪ੍ਰੇਤ ਰੂਹਾਂ ਤੋਂ ਬਚਾਅ ਲਈ ਗਰਭ ਦੇ ਤੀਜੇ, ਪੰਜਵੇਂ ਜਾਂ 7ਵੇਂ ਮਹੀਨੇ ਔਰਤ ਦੇ ਪੱਲੇ ਅਨਾਜ ਪਾਇਆ ਜਾਂਦਾ ਹੈ ਤੇ ਉਸ ਦੇ ਪੱਲੇ ਨਾਲ ਬੰਨ੍ਹਿਆ ਜਾਂਦਾ ਹੈ। ਪਹਿਲਾ ਬੱਚਾ ਹੋਣ ਸਮੇਂ ਔਰਤ ਨੂੰ ਉਸ ਦੇ ਪੇਕੀ ਭੇਜ ਦਿੱਤਾ ਜਾਂਦਾ ਹੈ ਤੇ ਬੱਚਾ ਪੈਦਾ ਹੋਣ ਤੇ ਦੀਵਾ ਜਗਾ ਕੇ ਰੱਖਿਆ ਜਾਂਦਾ ਹੈ, ਜਿਹੜਾ ਲਗਾਤਾਰ 10 ਦਿਨ ਤੱਕ ਜਲਦਾ ਰਹਿੰਦਾ ਹੈ। ਇਸ ਤੋਂ ਬਾਅਦ ਆਉਂਦੀ ਹੈ ਗੁੜਤੀ ਦੀ ਰਸਮ। ਠੀਕ ਹੈ, ਜਨਮ ਤੋਂ ਬਾਅਦ ਬੱਚੇ ਨੂੰ ਗੁੜਤੀ ਦੇਣ ਦਾ ਮਹੱਤਵਪੂਰਨ ਰਸਮ ਅਦਾ ਹੁੰਦੀ ਹੈ। ਗੁੜਤੀ ਦੇਣ ਵਾਲੇ ਦੇ ਸੁਭਾਅ ਦਾ ਬੱਚੇ ਉੱਤੇ ਬੜਾ ਹੀ ਅਸਰ ਪੈਂਦਾ ਹੈ, ਇਸ ਲਈ ਕਿਸੇ ਚੰਗੇ ਵਿਅਕਤੀ ਤੋਂ ਗੁੜਤੀ ਦਵਾਈ ਜਾਂਦੀ ਹੈ। ਜਨਮ ਦੇ 5 ਦਿਨ ਪਿੱਛੋਂ 5ਵੀਂ ਨਹਾਉਣ ਦੀ ਰਸਮ ਹੁੰਦੀ ਹੈ। 6ਵੇਂ ਦਿਨ ਚੌਂਕੇ ਪੂਰਨ ਤੋਂ ਬਾਅਦ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ, ਜਿਸ ਨੂੰ ਕਿ ਛਟੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਬੇਟਾ ਨਾਮ ਅਤੇ ਮੁੰਨਨ ਸੰਸਕਾਰ ਦੀ ਰਸਮ ਕੀਤੀ ਜਾਂਦੀ ਹੈ। ਪੰਜਾਬ ਵਿੱਚ ਬੱਚੇ ਦਾ ਨਾਮ ਰੱਖਣ ਲਈ ਕੋਈ ਖਾਸ ਸੰਸਕਾਰ ਨਹੀਂ ਮਨਾਇਆ ਜਾਂਦਾ। ਆਪੋ ਆਪਣੀਆਂ ਧਾਰਮਿਕ ਪੁਸਤਕ ਦਾ ਕੋਈ ਪੰਨਾ ਖੁਲਵਾ ਕੇ ਉਸ ਦੇ ਪਹਿਲੇ ਅੱਖਰ ਤੋਂ ਨਾਂ ਰੱਖ ਲਿਆ ਜਾਂਦਾ ਹੈ। ਹਿੰਦੂ ਪਰਿਵਾਰਾਂ ਵਿੱਚ ਤੀਜੇ ਤੇ 5ਵੇਂ ਸਾਲ ਵਿੱਚ ਬੱਚੇ ਦਾ ਮੁੰਨਨ ਸੰਸਕਾਰ ਕੀਤਾ ਜਾਂਦਾ ਹੈ। ਹਾਂਜੀ ਬੇਟਾ, ਅੱਜ ਕੱਲ੍ਹ ਸਾਡੇ ਸਮਾਜ ਵਿੱਚ ਧੀਆਂ ਨਾਲ ਬੜਾ ਵਿਤਕਰਾ ਕੀਤਾ ਜਾਂਦਾ ਹੈ। ਇਹਦੇ ਬਾਰੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ। ਮੁੰਡਾ ਪੈਦਾ ਹੋਣ 'ਤੇ ਖੁਸ਼ੀ ਮਨਾਈ ਜਾਂਦੀ ਹੈ, ਪਰ ਧੀ ਦੇ ਜੰਮਣ 'ਤੇ ਮਾਪਿਆਂ ਦੇ ਭਾਅ ਦਾ ਜਿਵੇਂ ਪਹਾੜ ਹੀ ਡਿੱਗ ਪੈਂਦਾ ਹੈ। ਕੋਈ ਵਧਾਈ ਨਹੀਂ ਦੇਣ ਆਉਂਦਾ ਅਤੇ ਨਾ ਹੀ ਲੱਡੂ ਵੰਡੇ ਜਾਂਦੇ ਹਨ। ਧੀਆਂ ਦਾ ਨਾਮਕਰਨ ਸੰਸਕਾਰ ਵੀ ਨਹੀਂ ਕੀਤਾ ਜਾਂਦਾ। ਕੰਨ ਵਿੰਦ ਸੰਸਕਾਰ ਵੀ ਤਾਂ ਮਾਤਰ ਹੀ ਕੀਤਾ ਜਾਂਦਾ ਹੈ, ਪਰੰਤੂ ਹੁਣ ਧੀਆਂ ਪ੍ਰਤੀ ਇਹ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਆ ਗਈ ਹੈ। ਹਾਂਜੀ ਬੱਚੇ, ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਆਹ ਦੀਆਂ ਕਿਹੜੀਆਂ ਰਸਮਾਂ ਹੁੰਦੀਆਂ ਹਨ। ਮੁੰਡੇ ਕੁੜੀ ਦੇ ਜਵਾਨ ਹੋਣ 'ਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਂਦੀਆਂ ਹਨ। ਸਭ ਤੋਂ ਪਹਿਲਾਂ ਰੋਕਣ ਜਾਂ ਠਾਕਣ ਦੀ ਰਸਮ ਹੁੰਦੀ ਹੈ। ਕੁੜੀ ਵਾਲਿਆਂ ਵੱਲੋਂ ਨਾਈ ਦੇ ਹੱਥ ਮੁੰਡੇ ਨੂੰ 1 ਰੁਪਇਆ ਭੇਜਿਆ ਜਾਂਦਾ ਹੈ, ਜਿਸ ਦਾ ਭਾਵ ਨਾਤਾ ਪੱਕਾ ਹੋਣਾ ਹੁੰਦਾ ਹੈ। ਠਾਕੇ ਤੋਂ ਬਾਅਦ ਕੁੜਮਾਈ ਜਾਂ ਸਗਾਈ ਕੀਤੀ ਜਾਂਦੀ ਹੈ। ਕੁੜੀ ਵਾਲਿਆਂ ਵੱਲੋਂ ਨਾਈ ਦੇ ਹੱਥ ਥੰਮਣੀ, ਰੁਪਈਆ, ਮਿਸ਼ਰੀ ਅਤੇ 5 ਕੁੱਜੇ, 5 ਛੁਹਾਰੇ ਅਤੇ ਕੇਸਰ ਆਦਿ ਮੁੰਡੇ ਵਾਲਿਆਂ ਦੇ ਘਰ ਘੱਲ ਦਿੱਤੇ ਜਾਂਦੇ ਹਨ, ਭਾਵ ਭੇਜ ਦਿੱਤੇ ਜਾਂਦੇ ਹਨ। ਮੁੰਡੇ ਨੂੰ ਚੌਂਕੀ 'ਤੇ ਬਿਠਾਇਆ ਜਾਂਦਾ ਹੈ ਤੇ ਨਾਈ ਸਭ ਚੀਜ਼ਾਂ ਉਸ ਦੀ ਝੋਲੀ ਵਿੱਚ ਪਾ ਕੇ ਉਸ ਦੇ ਮੱਥੇ 'ਤੇ ਕੇਸਰ ਦਾ ਟਿੱਕਾ ਲਾਉਂਦਾ ਹੈ। ਮੁੰਡੇ ਦੇ ਮੂੰਹ ਵਿੱਚ ਛੁਹਾਰਾ ਤੇ ਮਿਸ਼ਰੀ ਪਾਈ ਜਾਂਦੀ ਹੈ। ਇਸ ਤੋਂ ਬਾਅਦ ਨਾਈ ਨੂੰ ਲਾਗ ਦੇ ਕੇ ਤੇ ਖਰਚਾ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਹੈ। ਮੁੰਡੇ ਵਾਲਿਆਂ ਵੱਲੋਂ ਨਾਈ ਹੱਥ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੋਲੀ, ਖੰਡ, ਚੌਲ, ਛੁਹਾਰੇ ਅਤੇ ਨਕਦੀ ਦੀਆਂ ਕੁਝ ਚੀਜ਼ਾਂ ਵੀ ਭੇਜੀਆਂ ਜਾਂਦੀਆਂ ਹਨ। ਕੁੜੀ ਨਹਾ ਧੋ ਕੇ ਕੱਪੜੇ ਦੇ ਨਾਲ ਲਾਲ ਪਰਾਂਦੀ ਪਾਉਂਦੀ ਹੈ।
ਉਹ ਚੜ੍ਹਦੇ ਪਾਸੇ ਮੂੰਹ ਕਰਕੇ ਪੀੜੇ ਤੇ ਬੈਠ ਜਾਂਦੀ ਹੈ। ਪਿੰਡ ਦੀ ਨਾਇਣ ਉਸ ਦੀ ਝੋਲੀ ਵਿੱਚ ਸਹੁਰਿਆਂ ਵੱਲੋਂ ਭੇਜੀ ਨਕਦੀ ਪਾਉਂਦੀ ਹੈ ਅਤੇ ਉਸ ਦੇ ਮੂੰਹ ਵਿੱਚ ਖੰਡ ਤੇ ਛੁਹਾਰਾ ਪਾਉਂਦੀ ਹੈ। ਇਸ ਤੋਂ ਬਾਅਦ ਬੇਟਾ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਆਹ ਦੀਆਂ ਰਸਮਾਂ ਕਿਹੜੀਆਂ ਹੁੰਦੀਆਂ ਹਨ। ਲਗਨ ਭੇਜਣ ਵਾਲੇ ਦਿਨ ਤੋਂ ਕੁੜੀ ਅਤੇ ਮੁੰਡੇ ਦੇ ਬਾਹਰ ਨਿਕਲਣ, ਕਿਸੇ ਨਾਲ ਹੱਸਣ, ਬੋਲਣ ਅਤੇ ਕੰਮ ਕਰਨ ਦੀ ਪਾਬੰਦੀ ਹੁੰਦੀ ਹੈ। ਇਸ ਨੂੰ ਸਾਹੇ ਲੱਤ ਬੰਨਣਾ ਆਖਦੇ ਹਨ। ਵਿਆਹ ਤੋਂ 7 ਜਾਂ 9 ਦਿਨ ਪਹਿਲਾਂ ਕੜਾਈ ਚੜਾਈ ਜਾਂਦੀ ਹੈ। ਵਿਆਹੁੰਦੜ ਦੀ ਮਾਂ ਆਪਣੇ ਪੇਕਿਆਂ ਨੂੰ ਗੁਲਗੁਲੇ ਲੈ ਜਾਂਦੀ ਹੈ ਅਤੇ ਵਿਆਹ ਦਾ ਦਿਨ ਦੱਸਦੀ ਹੈ। ਵਿਆਹ ਤੋਂ ਪਹਿਲਾਂ ਵਟਣੇ ਜਾਂ ਮਾਈਏ ਦੀ ਰਸਮ ਹੁੰਦੀ ਹੈ। ਵਿਆਹ ਤੋਂ 1 ਦਿਨ ਪਹਿਲਾਂ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਨਾਨਕੇ ਮੇਲ ਦਾ ਤਾਂ ਇਸ ਵਿੱਚ ਵਿਆਹ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਮੁੰਡੇ ਨੂੰ ਨਹਾ ਧੁਆ ਕੇ ਮਾਮੇ ਦੇ ਲਿਆਂਦੇ ਕੱਪੜੇ ਪਹਿਨਾਏ ਜਾਂਦੇ ਹਨ। ਇਸ ਪਿੱਛੋਂ ਮੁੰਡੇ ਨੂੰ ਸਿਹਰਾ ਬੰਨ੍ਹਿਆ ਜਾਂਦਾ ਹੈ। ਫਿਰ ਘੋੜੀ ਦੀ ਰਸਮ ਹੁੰਦੀ ਹੈ। ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਦੀ ਭਰਜਾਈ ਉਸ ਨੂੰ ਸੁਰਮਾ ਪਾਉਂਦੀ ਹੈ। ਮੁੰਡੇ ਦੀ ਭੈਣ ਵਾਗ ਫੜਦੀ ਹੈ। ਉਸ ਨੂੰ ਵਾਗ ਫੜਾਈ ਦੇ ਪੈਸੇ ਵੀ ਦਿੱਤੇ ਜਾਂਦੇ ਹਨ। ਹਾਂਜੀ ਬੇਟਾ, ਇਸ ਤੋਂ ਬਾਅਦ ਅਸੀਂ ਦੱਸਾਂਗੇ ਜੰਝ ਭਾਵ ਬਰਾਤ ਦਾ ਅਸੀਂ ਸਵਾਗਤ ਕਿੱਦਾਂ ਕਰਾਂਗੇ। ਜੰਝ ਦੇ ਕੁੜੀ ਵਾਲਿਆਂ ਦੇ ਘਰ ਪਹੁੰਚਣ 'ਤੇ ਪਿੰਡ ਦੀ ਪੰਚਾਇਤ ਉਸ ਦਾ ਸਵਾਗਤ ਕਰਦੀ ਹੈ। ਫਿਰ ਮਿਲਣੀ ਦੀ ਰਸਮ ਹੁੰਦੀ ਹੈ ਅਤੇ ਬਰਾਤ ਡੇਰੇ ਚਲੀ ਜਾਂਦੀ ਹੈ। ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵ ਰੱਖਦੀ ਹੈ, ਕਿਉਂਕਿ ਫੇਰਿਆਂ ਤੋਂ ਬਿਨਾਂ ਵਿਆਹ ਪੂਰਾ ਨਹੀਂ ਹੁੰਦਾ। ਸਿੰਘ ਸਭਾ ਲਹਿਰ ਦੇ ਆਨੰਦ ਕਾਰਜ ਦੀ ਰੀਤ ਦਾ ਪ੍ਰਚਾਰ ਕੀਤਾ। ਇਸ ਤੋਂ ਬਾਅਦ ਆਉਂਦੀ ਹੈ ਬੇਟਾ ਵਰੀ ਦੀ ਰਸਮ। ਫੇਰਿਆਂ ਜਾਂ ਆਨੰਦ ਕਾਰਜ ਤੋਂ ਬਾਅਦ ਵਰੀ ਦਿਖਾਈ ਜਾਂਦੀ ਹੈ। ਜੰਝ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਦਾਜ ਅਤੇ ਖੱਟ ਵਿਖਾਉਂਦੇ ਹਨ ਤੇ ਮੁੰਡੇ ਤੇ ਉਸ ਦੇ ਜਿਹੜੇ ਬਾਕੀ ਦੋਸਤ ਹੁੰਦੇ ਹਨ ਉਹਨਾਂ ਨੂੰ ਸਲਾਮੀਆਂ ਪਾਉਂਦੇ ਹਨ। ਕੁੜੀ ਨੂੰ ਡੋਲੇ ਵਿੱਚ ਬਿਠਾਇਆ ਜਾਂਦਾ ਹੈ ਅਤੇ ਜੰਝ ਵਿਦਾ ਕਰ ਲਿੱਤੀ ਜਾਂਦੀ ਹੈ। ਉਸ ਤੋਂ ਬਾਅਦ ਲਾੜੇ ਦੀ ਮਾਂ ਦਾ ਪਾਣੀ ਵਾਰਨਾ। ਲਾੜੇ ਦੇ ਘਰ ਪਹੁੰਚਣ 'ਤੇ ਉਸ ਦੀ ਮਾਂ ਪਾਣੀ ਵਾਰਨ ਦੀ ਰਸਮ ਅਦਾ ਕਰਦੀ ਹੈ। ਭਾਈਚਾਰੇ ਦੀਆਂ ਔਰਤਾਂ ਵਹੁਟੀ ਨੂੰ ਸ਼ਗਨ ਪਾਉਂਦੀਆਂ ਹਨ ਅਤੇ ਉਸ ਦਾ ਮੂੰਹ ਵੇਖਦੀਆਂ ਹਨ। ਅਗਲੇ ਦਿਨ ਸਵੇਰੇ ਲਾੜਾ ਅਤੇ ਵਹੁਟੀ ਪਿਤਰਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਲਈ ਜਾਂਦੇ ਹਨ। ਕਈ ਥਾਵਾਂ 'ਤੇ ਇਸ ਸਮੇਂ ਛਟੀ ਖੇਡਣ ਦੀ ਵੀ ਰੀਤ ਹੈ। ਲਾੜੇ ਅਤੇ ਵਹੁਟੀ ਵੱਲੋਂ ਇੱਕ ਦੂਜੇ ਨੂੰ 7 ਛਟੀਆਂ ਮਾਰੀਆਂ ਜਾਂਦੀਆਂ ਹਨ। ਇਸੇ ਸ਼ਾਮ ਕੰਗਣਾ ਵੀ ਖੇਲਿਆ ਜਾਂਦਾ ਹੈ। ਤੀਸਰੇ ਦਿਨ ਵਹੁਟੀ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਵੀ ਦਿਖਾਇਆ ਜਾਂਦਾ ਹੈ। ਵਹੁਟੀ ਦੀ ਛੋਟੀ ਨਨਾਣ ਪੇਟੀ ਖੁਲਾਈ ਦਾ ਮਨ ਪਾਉਂਦਾ ਸੂਟ ਵੀ ਲੈ ਲੈਂਦੀ ਹਨ। ਹਾਂਜੀ ਬੇਟਾ, ਇਹ ਤਾਂ ਸਹੀ ਹੈ ਸਾਡੀ ਵਿਆਹ ਦੀਆਂ ਰਸਮਾਂ। ਹੁਣ ਅਸੀਂ ਤੁਹਾਨੂੰ ਕੁਝ ਮੌਤ ਦੀਆਂ ਰਸਮਾਂ ਵੀ ਦੱਸਾਂਗੇ। ਜਿਉਂ ਹੀ ਜੀਵ ਪ੍ਰਾਣ ਤਿਆਗਦਾ ਹੈ, ਔਰਤਾਂ ਘਰ ਵਿੱਚ ਵਹਿਣ ਪਾਉਣ ਲੱਗ ਪੈਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ। ਸੰਸਕਾਰ ਤੋਂ ਪਹਿਲਾਂ ਮ੍ਰਿਤਕ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ। ਜੇਕਰ ਮਰਨ ਵਾਲੀ ਸੁਹਾਗਣ ਹੋਵੇ ਤਾਂ ਉਸ ਨੂੰ ਕੱਪੜਿਆਂ ਨਾਲ ਗਹਿਣੇ ਤੇ ਲਾਲ ਪਰਾਂਦੀ ਪਹਿਨਾਈ ਜਾਂਦੀ ਹੈ। ਹੋਠਾਂ ਨੂੰ ਦੰਦਾਸਾ ਅਤੇ ਹੱਥਾਂ ਪੈਰਾਂ ਨੂੰ ਮਹਿੰਦੀ ਲਾਈ ਜਾਂਦੀ ਹੈ। ਅੱਖਾਂ ਵਿੱਚ ਸੁਰਮਾ, ਵੀਣੀ ਅਤੇ ਚੂੜੀਆਂ, ਮੱਥੇ ਤੇ ਬਿੰਦੀ ਲਗਾ ਕੇ ਉਸ ਨੂੰ ਅੰਤਿਮ ਯਾਤਰਾ ਲਈ ਤਿਆਰ ਕੀਤਾ ਜਾਂਦਾ ਹੈ। ਉੱਧਰ ਚਿਖਾ ਲਈ ਬਾਲਣ ਢੋਇਆ ਜਾਂਦਾ ਹੈ ਅਤੇ ਇੱਧਰ ਅਰਥੀ ਵੀ ਤਿਆਰ ਕੀਤੀ ਜਾਂਦੀ ਹੈ। ਘਰ ਤੋਂ ਸੀਵਿਆਂ ਤੱਕ ਮ੍ਰਿਤਕ ਦੇ ਨੇੜੇ ਦੇ ਰਿਸ਼ਤੇਦਾਰ ਅਰਥੀ ਨੂੰ ਮੋਢਿਆਂ 'ਤੇ ਚੁੱਕ ਕੇ ਲੈ ਜਾਂਦੇ ਹਨ। ਅੱਧ ਮਾਰਗ ਤੋਂ ਪਿੱਛੋਂ ਔਰਤਾਂ ਉੱਥੇ ਬੈਠ ਜਾਂਦੀਆਂ ਹਨ ਅਤੇ ਮਰਦ ਅਰਥੀ ਨਾਲ ਜਾਂਦੇ ਹਨ। ਸ਼ਮਸ਼ਾਨ ਭੂਮੀ ਵਿੱਚ ਜਾ ਕੇ ਅਰਥੀ ਲਾ ਲਈ ਜਾਂਦੀ ਹੈ। ਚਿਖਾ ਦੀਆਂ ਲੱਕੜਾਂ ਚਿਣ ਕੇ ਮ੍ਰਿਤਕ ਦੇਹ ਉਸ ਉੱਤੇ ਲਿਟਾ ਦਿੱਤੀ ਜਾਂਦੀ ਹੈ। ਵੱਡਾ ਪੁੱਤਰ ਚਿਖਾ ਨੂੰ ਅਗਨੀ ਦਿੰਦਾ ਹੈ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪੜੀ ਦਿਖਾਈ ਦੇਣ ਲੱਗ ਪਵੇ ਤਾਂ ਕੋਈ ਆਦਮੀ ਅਰਥੀ ਨੂੰ ਦਾ ਡੰਡਾ ਕੱਢ ਕੇ ਖੋਪੜੀ ਠੋਕਦਾ ਹੈ ਅਤੇ ਉਸ ਨੂੰ ਕਪਾਲ ਕਿਰਿਆ ਕਹਿੰਦੇ ਹਨ। ਵਾਪਸ ਆਉਂਦਿਆਂ ਰਾਹ ਵਿੱਚ ਸਭ ਲੋਕ ਕਿਸੇ ਖੂਹ ਆਦਿ ਦੇ ਇਸ਼ਨਾਨ ਕਰਦੇ ਜਾਂ ਹੱਥ ਮੂੰਹ ਧੋਂਦੇ ਹਨ। ਮੌਤ ਦੇ ਤੀਸਰੇ ਦਿਨ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ। ਇਹ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੇ ਜਾਂਦੇ ਹਨ। ਮੌਤ ਤੋਂ ਬਾਅਦ ਕੁਝ ਦਿਨ ਦੂਰ ਨੇੜੇ ਦੀਆਂ ਮੁਕਾਨਾਂ ਆਉਂਦੀਆਂ ਹਨ। ਕਿਰਿਆ ਜਾਂ ਪਗੜੀ ਦੀ ਰਸਮ ਤੋਂ ਵੱਡਾ ਪੁੱਤਰ ਸਹੁਰਿਆਂ ਵੱਲੋਂ ਆਈ ਪੱਗ ਬੰਨ੍ਹਦਾ ਹੈ ਤੇ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ। ਹਾਂਜੀ ਬੇਟਾ, ਮੁਸਲਮਾਨ ਭਾਈਚਾਰੇ ਦੇ ਰਿਵਾਜਾਂ ਵਿੱਚ ਵੀ ਕੁਝ ਭਿੰਨਤਾ ਪਾਈ ਜਾਂਦੀ ਹੈ। ਅੰਮ੍ਰਿਤਪਾਨ ਜਨੇਊ ਦੀ ਥਾਂ ਮੁਸਲਮਾਨ ਭਾਈਚਾਰੇ ਵਿੱਚ ਸੁੰਨਤ ਦੀ ਰਸਮ ਹੁੰਦੀ ਹੈ। ਉਹ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਥਾਂ ਦਫਨਾਉਂਦੇ ਹਨ। ਇਸ ਤਰ੍ਹਾਂ ਜੀਵਨ ਦੇ ਆਰੰਭ ਤੋਂ ਅੰਤ ਤੱਕ ਵੱਖ-ਵੱਖ ਰਸਮਾਂ ਕੀਤੀਆਂ ਜਾਂਦੀਆਂ ਹਨ। ਸਮੇਂ ਦੇ ਬਦਲਣ ਨਾਲ ਇਹਨਾਂ ਵਿੱਚ ਕਿਤੇ-ਕਿਤੇ ਤਬਦੀਲੀ ਵੀ ਆਈ ਹੈ। Thank you for watching. Do like and subscribe the video.